ਵੈਲਕਮ ਸਟੂਡੈਂਟਸ। ਕਰਦੇ ਹਾਂ ਅੱਜ ਆਪਾਂ ਸ਼ੁਰੂਆਤ ਪ੍ਰੋਨੰਸੀਏਸ਼ਨ ਤੋਂ। ਇਹ ਹਨ ਉਹ ਸ਼ਬਦ ਜਿਹੜੇ ਅਕਸਰ ਗਲਤ ਉਚਾਰੇ ਜਾਂਦੇ ਹਨ। ਸਾਡਾ ਫਰਸਟ ਸ਼ਬਦ ਹੈ WOMAN, ਜਿਸ ਦਾ ਮਤਲਬ ਹੈ ਔਰਤ। ਬਹੁਤ ਸਾਰੇ ਲੋਕ ਇਹਨੂੰ ਕਹਿ ਦਿੰਦੇ ਹਨ ਵੂਮੈਨ। ਜੀ ਇਹ ਵੂਮੈਨ ਨਹੀਂ ਹੈ, ਇਹ ਹੈ ਵੂਮਨ। ਸ਼ਬਦ ਦੇ ਪਿੱਛੇ MAN ਆ ਜਾਵੇ ਤਾਂ ਅਸੀਂ ਉਹਨੂੰ ਅਕਸਰ ਮਨ ਕਹਿੰਦੇ ਹਾਂ, ਜਿਵੇਂ ਕਿ ਚੇਅਰਮਨ। ਇਸੇ ਪ੍ਰਕਾਰ ਇੱਥੇ ਕੀ ਹੈ ਇਹ ਵੂਮਨ। ਆਪਾਂ ਕਹਿਣਾ ਹੋਵੇ ਔਰਤ ਤਾਂ ਇਹਨੂੰ ਇੰਗਲਿਸ਼ ਦੇ ਵਿੱਚ ਆਪਾਂ ਕਵਾਂਗੇ ਅ ਵੂਮਨ, ਵੂਮਨ। ਨੰਬਰ 2 WOMEN, ਇਸੇ ਸ਼ਬਦ ਦਾ ਪਲੂਰਲ ਹੈ। ਇਹਨੂੰ ਬਹੁਤ ਸਾਰੇ ਲੋਕੀ ਬੋਲ ਦਿੰਦੇ ਹਨ ਵੂਮੈਨ। ਜੀ ਇਹਦਾ ਉਚਾਰਨ ਬਿਲਕੁਲ ਡਿਫਰੈਂਟ ਹੈ। ਇਹ ਵੂਮੈਨ ਨਹੀਂ ਹੈ। ਐਂਡ ਧਿਆਨ ਨਾਲ ਸੁਣੋ, ਇਹ ਹੈ ਵਿਮਨ, ਵਿਮਨ। ਪਹਿਲਾਂ ਆਪਾਂ ਕਵਾਂਗੇ ਵੀ ਕਹਿਣਾ ਆਪਾਂ ਨੇ, ਹਾਲਾਂਕਿ ਇੱਥੇ O ਲਿਖਿਆ ਪਰ ਆਪਾਂ ਬੋਲਣ ਲੱਗੇ ਕਵਾਂਗੇ ਵੀ। ਤੇ MEN ਨੂੰ ਆਪਾਂ ਕਵਾਂਗੇ ਮਿਨ, ਵੀ ਮਿਨ। ਤਾਂ ਕੀ ਬਣ ਗਿਆ ਇਹ ਵਿਮਨ। ਤਾਂ ਪਹਿਲਾ ਵਾਲਾ ਕੀ ਸੀ, ਪਹਿਲਾਂ ਆਪਾਂ ਵੂ ਕਵਾਂਗੇ, ਇੱਥੇ ਆਪਾਂ ਕਵਾਂਗੇ ਵੀ। ਇਹ ਆਪਾਂ ਯਾਦ ਰੱਖਣਾ ਹੈ। ਇਹ ਹੈ ਵੂ ਮਨ, ਕੀ ਬਣ ਗਿਆ ਇਕੱਠਾ ਵੂਮਨ। ਇਹ ਹੈ ਵੀ ਮਿਨ, ਇਹ ਬਣ ਗਿਆ ਵਿਮਨ। ਨੰਬਰ 3 THAMES। ਸੋ ਲੰਡਨ ਦੇ ਵਿੱਚ ਇੱਕ ਬੜਾ ਮਸ਼ਹੂਰ ਦਰਿਆ ਹੈ ਜਿਸ ਨੂੰ ਲੋਕੀ ਬੋਲ ਦਿੰਦੇ ਹਨ ਥੇਮਸ। ਰੋਂਗ। ਇਹਦਾ ਸਹੀ ਐਕਸੈਂਟ ਥੇਮਸ ਨਹੀਂ ਹੈ, ਇਹਦਾ ਸਹੀ ਉਚਾਰਨ ਹੈ ਥੇਮਸ। ਜੀ ਹਾਂ, ਥੇਮਸ ਨਹੀਂ। ਇੱਥੇ ਆਪਾਂ ਥ ਦੀ ਸਾਊਂਡ ਨਹੀਂ ਕੱਢਣੀ, ਇੱਥੇ ਆਪਾਂ ਐਦਾਂ ਕਹਿਣਾ ਹੈ ਥੇਮਸ। ਤੁਸੀਂ ਇੱਥੇ ਇੱਕ ਰੂਲ ਯਾਦ ਰੱਖੋ, ਇੰਗਲਿਸ਼ ਗ੍ਰਾਮਰ ਦੇ ਵਿੱਚ ਇੱਕ ਰੂਲ ਹੈ, TH ਤੋਂ ਬਾਅਦ ਜੇ ਕੋਈ ਵਾਉਲ ਅੱਖਰ ਆ ਜਾਵੇ ਤਾਂ ਅਸੀਂ ਉਸ ਨੂੰ ਥ ਕਹਿਣ ਦੀ ਬਜਾਏ ਟ ਦੀ ਆਵਾਜ਼ ਕੱਢਦੇ ਹਾਂ ਥੇਮਸ। ਪਰ ਕਿਸੇ ਪ੍ਰੋਪਰ ਨਾਉਨ ਦੇ ਵਿੱਚ, ਹਰੇਕ ਜਗ੍ਹਾ ਨਹੀਂ, ਕਿਸੇ ਪ੍ਰੋਪਰ ਨਾਉਨ ਦੇ ਵਿੱਚ, ਖਾਸ ਨਾਉਨ ਦੇ ਵਿੱਚ TH ਤੋਂ ਬਾਅਦ ਕੋਈ ਵਾਉਲ ਆ ਜਾਵੇ ਤਾਂ ਅਸੀਂ ਉਸ ਨੂੰ ਥ ਨਹੀਂ ਕਹਿੰਦੇ, ਅਸੀਂ ਉਸ ਨੂੰ ਕਹਿੰਦੇ ਹਾਂ ਟ। ਸੋ this is not Thames। ਕੀ ਹੈ ਇਹ Thames। ਸੋ ਆਪਾਂ ਕਹਿਣਾ ਵੇ ਮੈਂ Thames ਦਰਿਆ ਦੇਖਿਆ ਤਾਂ ਆਪਾਂ ਕਵਾਂਗੇ oh I saw the Thames river। ਤੁਸੀਂ ਬੋਲ ਕੇ ਦਿਖਾਓ ਕੀ ਹੈ ਇਹ, ਹਾਂਜੀ Thames। ਇਸੇ ਤਰ੍ਹਾਂ THOMAS, ਜੋ ਕਿ ਅੰਗਰੇਜ਼ਾਂ ਦੇ ਵਿੱਚ ਇੱਕ ਨਾਮ ਹੁੰਦਾ ਹੈ। ਆਪਾਂ ਲੋਕ ਕਈ ਵਾਰ ਕਹਿ ਦਿੰਦੇ ਹਾਂ ਥਾਮਸ। ਜੀ ਥਾਮਸ ਆ ਗਿਆ, ਓਫੋ ਥਾਮਸ ਨਹੀਂ। ਤਾਂ ਹੁਣ ਤੁਸੀਂ ਬੋਲ ਕੇ ਦਿਖਾਓ, ਮੈਂ ਕਿਹਾ ਸੀ ਪ੍ਰੋਪਰ ਨਾਉਨ ਦੇ ਵਿੱਚ, ਖਾਸ ਨਾਮ ਦੇ ਵਿੱਚ TH ਤੋਂ ਬਾਅਦ ਕੋਈ ਵਾਉਲ ਆ ਜਾਵੇ। O is a vowel, A weak vowel ਸੀ। THOMAS ਤਾਂ ਆਪਾਂ ਕਵਾਂਗੇ ਥਾਮਸ, ਥਾਮਸ, ਨਾ ਕਿ ਥਾਮਸ। ਥਾਮਸ ਨਹੀਂ, ਥਾਮਸ। ਨੈਕਸਟ, ਜੋ ਕਿ ਇੱਕ ਦੇਸ਼ ਦਾ ਨਾਮ ਹੈ। ਹਾਂ, ਪੰਜਾਬੀ ਦੇ ਵਿੱਚ, ਹਿੰਦੀ ਦੇ ਵਿੱਚ ਇਹਨੂੰ ਆਪਾਂ ਥਾਈਲੈਂਡ ਕਹਿ ਦਿੰਦੇ ਹਾਂ, ਬਿਲਕੁਲ ਠੀਕ ਹੈ। ਬਟ ਵੈਨ ਇਟ ਕਮਸ ਟੂ ਇੰਗਲਿਸ਼, ਤੁਸੀਂ ਅੰਗਰੇਜ਼ਾਂ ਦੇ ਮੂੰਹੋਂ ਅਕਸਰ ਸੁਣੋਗੇ ਥਾਈਲੈਂਡ, ਥਾਈਲੈਂਡ। ਸੋ ਥਾਈਲੈਂਡ ਪੰਜਾਬੀ ਹਿੰਦੀ ਚ ਹੋ ਸਕਦਾ ਹੈ, ਬਟ ਵੈਨ ਇਟ ਕਮਸ ਟੂ ਇੰਗਲਿਸ਼ ਮੈਂ ਹੁਣੇ ਕਿਹਾ ਕੀ ਹੈ ਇਹ ਥਾਈਲੈਂਡ, ਥਾਈਲੈਂਡ। ਤਾਂ ਆਓ ਆਪਾਂ ਇੱਕ ਵਾਰੀ ਰਿਪੀਟ ਕਰੀਏ। ਇਹ ਕੀ ਸੀ ਵੂਮਨ, ਇਕੱਠਾ ਬੋਲੋ ਵੂਮਨ। ਇਹ ਹੈ ਵਿਮਨ, ਇਹ ਹੈ ਥੇਮਸ, ਇਹ ਹੈ ਬੱਚੋ ਕੀ ਹੈ ਬੋਲੋ ਥਾਮਸ। ਐਂਡ ਦਿਸ ਵਨ ਇਜ਼ ਥਾਈਲੈਂਡ। I went to Thailand। ਚੱਲਦੇ ਹਾਂ ਸਟੂਡੈਂਟ ਸਪੋਕਨ ਇੰਗਲਿਸ਼ ਸੈਂਟੈਂਸਸ ਦੀ ਤਰਫ। ਸਾਡਾ ਪਹਿਲਾ ਸੈਂਟੈਂਸ ਹੈ ਮੇਰੀ ਕਾਰ ਖਰਾਬ ਹੋ ਗਈ ਸੀ। ਕਈ ਵਾਰ ਸਪੋਕਨ ਇੰਗਲਿਸ਼ ਦੇ ਵਿੱਚ ਅਸੀਂ ਅਟਕ ਜਾਂਦੇ ਹਾਂ, ਸਾਡੇ ਕੋਲ ਸ਼ਬਦ ਨਹੀਂ ਮਿਲਦੇ। ਮੇਰੀ ਕਾਰ ਖਰਾਬ ਹੋ ਗਈ ਸੀ। ਦੇਖੋ, ਖਰਾਬ ਹੋਣ ਦੀ ਇੰਗਲਿਸ਼ ਇੱਕ ਤਾਂ ਆਪਾਂ ਆਮ ਕਹਿ ਦਿੰਦੇ ਹਾਂ get out of order। My car had got out of order, my car was out of order। ਠੀਕ ਹੈ, ਪਰ ਇੱਥੇ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਹਾਂ, ਇੱਕ ਐਕਸਪ੍ਰੈਸ਼ਨ ਹੈ ਬ੍ਰੇਕ ਡਾਊਨ, ਜਿਸ ਦਾ ਮਤਲਬ ਹੈ ਕਿਸੇ ਵੀ ਮਸ਼ੀਨਰੀ ਦਾ ਖਰਾਬ ਹੋ ਜਾਣਾ। ਬ੍ਰੇਕ ਡਾਊਨ। ਇਹ ਨਾ ਸੋਚਿਓ ਕਿ ਬ੍ਰੇਕ ਦਾ ਮਤਲਬ ਤਾਂ ਤੋੜਨਾ ਹੁੰਦਾ ਹੈ, ਟੁੱਟਣਾ ਹੁੰਦਾ ਹੈ। ਇੱਕ ਕੱਲਾ ਬ੍ਰੇਕ ਨਹੀਂ ਹੈ,
ਬ੍ਰੇਕ ਦੇ ਨਾਲ ਜੇ ਡਾਊਨ ਲੱਗ ਜਾਵੇ ਤਾਂ ਮੀਨਿੰਗ ਬਦਲ ਜਾਂਦਾ ਹੈ। ਤਾਂ ਆਓ ਸਿੱਖੀਏ ਕੀ ਹੈ ਬ੍ਰੇਕ ਡਾਊਨ ਮੀਨਸ ਖਰਾਬ ਹੋ ਜਾਣਾ। ਤਾਂ ਸੈਂਟੈਂਸ ਕੀ ਬਣ ਗਿਆ ਮੇਰੀ ਕਾਰ ਖਰਾਬ ਹੋ ਗਈ ਸੀ ਤਾਂ ਆਪਾਂ ਕਵਾਂਗੇ my car had past perfect my car had broken down broken break down ਦੀ third form ਕੀ ਆ ਗਈ students broken down। ਤਾਂ ਮੈਂ ਇੱਥੋਂ ਅਲੱਗ ਤੋਂ ਵੀ ਲਿਖ ਦਿੰਦਾ ਹਾਂ break down means ਖਰਾਬ ਹੋ ਜਾਣਾ। ਸਿਰਫ ਕਾਰ ਦਾ ਨਹੀਂ ਕਿਸੇ ਮਸ਼ੀਨਰੀ ਦਾ ਲਿਫਟ ਦਾ ਜਹਾਜ਼ ਦਾ ਗੱਡੀ ਦਾ ਕਿਸੇ ਦਾ ਵੀ ਚਲਦੀ ਕੋਈ ਮਸ਼ੀਨਰੀ ਖੜ ਜਾਵੇ ਖਰਾਬ ਹੋ ਜਾਵੇ ਤਾਂ ਆਪਾਂ ਅਕਸਰ ਬ੍ਰੇਕ ਡਾਊਨ ਕਹਿ ਦਿੰਦੇ ਹਾਂ ਮੇਰੀ ਕਾਰ ਖਰਾਬ ਹੋ ਗਈ ਸੀ my car had broken down। next is ਉਹ ਦਿਨ ਰਾਤ ਕੰਮ ਕਰਦਾ ਹੈ। ਦੇਖੋ ਦਿਨ ਰਾਤ ਦੀ ਇੰਗਲਿਸ਼ ਤੁਹਾਨੂੰ ਆਉਂਦੀ ਹੈ ਡੇ ਐਂਡ ਨਾਈਟ ਪਰ ਅੱਛੀ ਸਪੋਕਨ ਇੰਗਲਿਸ਼ ਦੇ ਲਈ ਯਾਦ ਰੱਖੋ ਡੇ ਐਂਡ ਨਾਈਟ ਦੀ ਬਜਾਏ ਤੁਸੀਂ ਕਹਿ ਸਕਦੇ ਹੋ around the clock yes around the clock। आओ लिखिए ਉਹ ਦਿਨ ਰਾਤ ਕੰਮ ਕਰਦਾ ਹੈ present definite tense he works ਉਹ ਕੰਮ ਕਰਦਾ ਹੈ। ਇਸ ਤੋਂ ਬਾਅਦ day and night ਕਹਿਣ ਦੀ ਬਜਾਏ ਕਹਿ ਦੇਵੋ round the clock। ਜੀ ਹਾਂ round the clock ਇਹਨੂੰ ਨੋਟ ਕਰ ਲਓ round the clock ਦਾ ਮਤਲਬ ਹੈ ਦਿਨ ਰਾਤ। ਆਪਾਂ ਆਮ ਕਹਿ ਦਿੰਦੇ ਹਾਂ ਉਹ ਦਿਨ ਰਾਤ ਪੜ ਰਿਹਾ ਹੈ he is studying round the clock। ਉਹ ਦਿਨ ਰਾਤ ਸਖਤ ਮਿਹਨਤ ਕਰਦਾ ਹੈ he works hard round the clock। so round the clock means दिन रात। अगला वाक्य है ਉਹ ਇੱਕ ਚਲਾਕ ਲੜਕਾ ਹੈ ਦੇਖਣ ਚ ਬੜਾ ਈਜ਼ੀ ਲੱਗਦਾ ਹੈ he is a clever boy ਲੇਕਿਨ ਸਪੋਕਨ ਇੰਗਲਿਸ਼ ਦੇ ਵਿੱਚ ਅਸੀਂ boy ਨੂੰ ਲੜਕੇ ਨੂੰ ਕੀ ਕਹਿ ਸਕਦੇ ਹਾਂ ਆਓ ਆਪਾਂ ਸਿੱਖੀਏ। ਉਹ ਇੱਕ ਚਲਾਕ ਲੜਕਾ ਹੈ he is a clever ਇੱਕ ਤਾਂ ਆਪਾਂ ਕਹਿ ਸਕਦੇ ਹਾਂ laddie LADDIE yes laddie means ਲੜਕਾ ਹੁੰਦਾ ਹੈ। ਤੁਸੀਂ ਇਹਨੂੰ lad ਵੀ ਕਹਿ ਸਕਦੇ ਹੋ ਤੇ guy ਵੀ ਕਹਿ ਸਕਦੇ ਹੋ ਇਹ ਆਮ ਤੌਰ ਤੇ ਆਉਂਦਾ ਹੁੰਦਾ ਸਾਨੂੰ ਬਟ ਯੂਜ਼ਲੀ lad ਤੇ laddie ਸ਼ਬਦ ਮੈਂ ਦੇਖਿਆ ਸਟੂਡੈਂਟਸ ਨੂੰ ਘੱਟ ਆਉਂਦੇ ਹੁੰਦੇ ਨੇ। ਤਾਂ ਆਪਾਂ ਸਿੱਖਿਆ ਕਿ ਲੜਕੇ ਦੀ ਇੰਗਲਿਸ਼ boy ਤੋਂ ਬਿਨਾ ਕੀ ਹੈ guy lad ਤੇ laddie। Oh, he is a clever laddie. He is a clever laddie means ਉਹ ਇੱਕ ਚਲਾਕ ਮੁੰਡਾ ਹੈ। Next is ਮੈਨੂੰ ਇਸ ਬਾਰੇ ਬਿਲਕੁਲ ਵੀ ਨਹੀਂ ਪਤਾ ਹੈ। ਦੇਖੋ ਆਪਾਂ ਅਕਸਰ ਕਹਿ ਦਿੰਦੇ ਹਾਂ don't know about it ਬਿਲਕੁਲ ਠੀਕ ਹੈ ਪਰ ਜਦੋਂ ਸ਼ਬਦ ਆ ਜਾਂਦਾ ਨਾ ਬਿਲਕੁਲ ਵੀ ਨਹੀਂ ਪਤਾ ਹੈ ਯਾਰ ਮੈਨੂੰ ਇਸ ਬਾਰੇ ਬਿਲਕੁਲ ਵੀ ਨਹੀਂ ਪਤਾ ਹੈ ਤਾਂ ਅਸੀਂ ਕਈ ਵਾਰ ਅਟਕ ਜਾਂਦੇ ਹਾਂ ਤੇ ਸਾਨੂੰ ਮੈਂ ਵਧੀਆ ਇੱਕ ਐਕਸਪ੍ਰੈਸ਼ਨ ਦੱਸਦਾ ਹਾਂ ਲਿਖੋ ਆਪਾਂ ਕਹਿਣਾ ਵੀ ਮੈਨੂੰ ਇਸ ਬਾਰੇ ਬਿਲਕੁਲ ਵੀ ਨਹੀਂ ਪਤਾ ਹੈ I don't have even ਨੋਟ ਕਰ ਲਓ ਸਟੂਡੈਂਟਸ I don't have even the ਲਿਖ ਲਿਆ foggiest idea ਇਹ ਮੈਂ ਦੱਸ ਦਿੰਦਾ ਹਾਂ ਕੀ ਚੀਜ਼ ਹੈ I don't have even the foggiest idea about it। ਆ ਸਾਡਾ ਮੇਨ ਸ਼ਬਦ ਹੈ foggiest। ਤੁਹਾਨੂੰ ਪਤਾ ਹੋਏਗਾ ਇੱਕ ਸ਼ਬਦ ਹੈ FOG fog means ਧੁੰਦ ਹੁੰਦਾ ਹੈ fog means ਧੁੰਦ fog ਤੋਂ ਸ਼ਬਦ ਬਣਦਾ ਹੈ foggy means ਧੁੰਦਲਾ। ਆਪਾਂ ਆਮ ਕਹਿੰਦੇ ਹਾਂ ਬੜੀ ਧੁੰਦਲੀ ਸੜਕ ਹੈ oh it's a very foggy road so I don't have even the foggiest idea ਮਤਲਬ ਧੁੰਦਲੇ ਤੋਂ ਧੁੰਦਲਾ ਆਈਡੀਆ ਵੀ ਮੇਰੇ ਕੋਲ ਨਹੀਂ ਹੈ ਇਸ ਚੀਜ਼ ਬਾਰੇ means ਮੈਨੂੰ ਬਿਲਕੁਲ ਵੀ ਨਹੀਂ ਪਤਾ। ਸੋ ਜਦੋਂ ਆਪਾਂ ਕਹਿਣਾ ਹੋਵੇ ਕਿ ਮੈਨੂੰ ਬਿਲਕੁਲ ਵੀ ਨਹੀਂ ਪਤਾ ਇਸ ਚੀਜ਼ ਬਾਰੇ ਤਾਂ ਤੁਸੀਂ ਇਹ ਐਕਸਪ੍ਰੈਸ਼ਨ ਨੂੰ ਯੂਜ਼ ਕਰ ਸਕਦੇ ਹੋ I don't have even the foggiest idea about it। next one is ਉਹ ਸੋਚਦਾ ਹੈ ਸ਼ਰਾਬ ਪੀਣਾ ਇੱਕ ਮਰਦਾਂ ਵਾਲੀ ਗੱਲ ਹੈ। ਉਹ ਸੋਚਦਾ ਹੈ ਮਤਲਬ ਸ਼ਰਾਬ ਪੀਣਾ ਇੱਕ ਮਰਦਾਨਗੀ ਵਾਲੀ ਗੱਲ ਹੈ ਮਰਦਾਂ ਵਾਲੀ ਗੱਲ ਹੈ। ਹੁਣ ਜਦੋਂ ਇਹਨੂੰ ਆਪਾਂ ਇੰਗਲਿਸ਼ ਦੇ ਵਿੱਚ ਕਹਿਣਾ ਹੋਵੇ ਇਹ ਤਾਂ ਮਰਦਾਂ ਵਾਲੀ ਗੱਲ ਹੈ ਇਹ ਤਾਂ ਮਰਦਾਨਗੀ ਵਾਲੀ ਗੱਲ ਹੈ ਤਾਂ ਸਟੂਡੈਂਟਸ ਅਟਕ ਜਾਂਦੇ ਨੇ। ਮੈਂ ਇੱਕ ਸ਼ਬਦ ਸਿਖਾਉਣਾ ਹਾਂ ਲਿਖੋ ਉਹ ਸੋਚਦਾ ਹੈ ਪਹਿਲਾਂ ਇਹਦੀ ਇੰਗਲਿਸ਼ ਤਾਂ ਆਪਾਂ ਈਜ਼ੀਲੀ ਕਹਿ ਦੇਵਾਂਗੇ he thinks that okay he thinks that ਜਦੋਂ ਆਪਾਂ ਕਹਿਣਾ ਹੋਵੇ ਉਹ ਸੋਚਦਾ ਹੈ ਮਰਦਾਂ ਵਾਲੀ ਗੱਲ ਹੈ ਇਹ ਮਰਦਾਨਗੀ ਵਾਲੀ ਗੱਲ ਹੈ ਤਾਂ ਆਪਾਂ ਕਵਾਂਗੇ he thinks that it's macho to macho ਦਾ ਮਤਲਬ ਹੁੰਦਾ ਹੈ ਮਰਦਾਂ ਵਾਲੀ ਗੱਲ ਸਿੱਧਾ ਬੋਲ ਦੋ oh it's macho means ਤਾਂ ਮਰਦਾਂ ਵਾਲੀ ਗੱਲ ਹੈ to drink
liquor. Liquor means ਸ਼ਰਾਬ, ਜਾਂ ਇਹਨੂੰ ਆਪਾਂ ਸਪੋਕਨ ਇੰਗਲਿਸ਼ ਦੇ ਵਿੱਚ ਐਲਕੋਹਲ ਵੀ ਬੋਲਦੇ ਨੇ, ਅਲਕੋਹਲ ਨਹੀਂ ਕਹਿਣਾ। ਕੀ ਹੈ ਇਹ? ਐਲਕੋਹਲ। ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ we shouldn't drink, ਸਾਨੂੰ ਇਹ ਨਹੀਂ ਪੀਣੀ ਚਾਹੀਦੀ ਕਿਉਂਕਿ ਇਹ ਸਿਹਤ ਲਈ ਹਾਨੀਕਾਰਕ ਹੈ। ਪਰ ਜਦੋਂ ਆਪਾਂ ਨੇ ਇੰਗਲਿਸ਼ ਬਣਾਈ ਕਿ ਉਹ ਸੋਚਦਾ ਕਿ ਮਰਦਾਂ ਵਾਲੀ ਗੱਲ ਹੈ, ਤਾਂ ਇੰਗਲਿਸ਼ ਪੁਆਇੰਟ ਆਫ View ਤੋਂ ਆਪਾਂ ਸਿੱਖਿਆ ਜਦੋਂ ਵੀ ਆਪਾਂ ਕਹਿਣਾ ਹੋਵੇ ਇਹ ਮਰਦਾਂ ਵਾਲੀ ਗੱਲ ਹੈ, ਇਹ ਮਰਦਾਨਗੀ ਵਾਲੀ ਗੱਲ ਹੈ, ਤਾਂ ਉਹਨੂੰ ਆਪਾਂ ਕਵਾਂਗੇ ਓ ਇਟਸ ਮਾਚੋ। ਇਟਸ ਮਾਚੋ ਮੀਨਸ ਇਹ ਮਰਦਾਂ ਵਾਲੀ ਜਾਂ ਮਰਦਾਨਗੀ ਵਾਲੀ ਗੱਲ ਹੈ। ਨੈਕਸਟ ਇਜ਼ ਮੈਂ ਤਾਂ ਬਸ ਮਜ਼ਾਕ ਕਰ ਰਹੇ ਹਾਂ। ਸੈਂਟੈਂਸ ਆਪਣਾ ਆਪਾਂ ਅਕਸਰ ਬੋਲਦੇ ਹਾਂ ਮੈਂ ਤਾਂ ਯਾਰ ਬਸ ਮਜ਼ਾਕ ਕਰ ਰਹੇ, ਚੌੜ ਕਰ ਰਹੇ, ਮਜ਼ਾਕ ਕਰ ਰਹੇ ਮੈਂ ਤਾਂ। ਇੱਕ ਤਾਂ ਨੂੰ ਆਪਾਂ ਕਹਿ ਦਿੰਦੇ ਆਮ ਜਸਟ ਜੋਕਿੰਗ, ਪਰ ਜੋਕਿੰਗ ਦੀ ਬਜਾਏ ਤੁਸੀਂ ਸਪੋਕਨ ਇੰਗਲਿਸ਼ ਦੇ ਵਿੱਚ ਕਹਿ ਸਕਦੇ ਹੋ I'm just kidding, KIDDING। ਸੋ just kidding ਦਾ ਮਤਲਬ ਹੁੰਦਾ ਹੈ ਸਟੂਡੈਂਟਸ ਮਜ਼ਾਕ ਕਰ ਰਹੇ हैं यार, मैं तो मजाक कर रहे हैं। Oh, I'm just kidding means मैं तो मजाक कर रहे हैं। The next sentence is ਆਪਾਂ ਕਹਿਣਾ ਵੇ ਸਪੋਕਨ ਦੇ ਵਿੱਚ ਯਾਰ ਉਸ ਕੋਲੇ ਸਮੇਂ ਦੀ ਕੋਈ ਕਮੀ ਨਹੀਂ ਹੈ। ਦੇਖੋ ਕਮੀ ਦੀ ਇੰਗਲਿਸ਼ ਤਾਂ ਹਰ ਇੱਕ ਨੂੰ ਆਉਂਦੀ ਹੈ, ਲੈਕ ਆਫ, ਸਮੇਂ ਦੀ ਕਮੀ, ਲੈਕ ਆਫ ਟਾਈਮ। ਪਰ ਸਪੋਕਨ ਇੰਗਲਿਸ਼ ਦੇ ਵਿੱਚ ਲੈਕ ਆਫ ਟਾਈਮ ਦੀ ਬਜਾਏ ਤੁਸੀਂ ਕਹਿ ਸਕਦੇ ਹੋ ਡਰਥ ਆਫ ਟਾਈਮ। ਜੀ ਹਾਂ, ਡਰਥ ਆਫ ਟਾਈਮ। आओ लिखिए यार उस कोल समय की कोई कमी नहीं, ही हैज नो dearth of time, DEARTH। तो इन्हों नोट कर लो स्टूडेंट्स, dearth of time दा मतलब है lack of time, lack of time, LACK, lack means कमी। तो मैंने बोल के दिखाओ he has no dearth of time। ਆਪਾਂ ਆਮ ਕਹਿ ਦਿੰਦੇ ਹਾਂ dearth of time, dearth of facilities, dearth means कमी। He has no dearth of time, उसको समय की कोई कमी नहीं है। तो वादे स्टूडेंट स्पोकन इंग्लिश स्ट्रक्चर ਦੀ ਤਰਫ ਆਪਣਾ ਸੈਂਟੈਂਸ ਹੈ। ਜੇ ਆਪਾਂ ਸਪੋਕਨ ਇੰਗਲਿਸ਼ ਦੇ ਵਿੱਚ ਕਹਿਣਾ ਹੋਵੇ ਤਾਂ ਆਪਾਂ ਕਿੱਦਾਂ ਕਹਿ ਸਕਦੇ ਹਾਂ? ਉਹ ਪ੍ਰਧਾਨ ਮੰਤਰੀ ਨੂੰ ਮਿਲਣ ਦੇ ਇਰਾਦੇ ਨਾਲ ਦਿੱਲੀ ਗਿਆ ਸੀ। ਦੇ ਇਰਾਦੇ ਨਾਲ ਦਾ ਮਤਲਬ ਦੇ ਉਦੇਸ਼ ਨਾਲ, ਹੋਰ ਆਸਾਨ ਭਾਸ਼ਾ 'ਚ ਦੇ ਲਈ। ਤਾਂ ਇਹਦੀ ਇੰਗਲਿਸ਼ ਬਣਾਉਣਾ ਕੋਈ ਔਖਾ ਕੰਮ ਨਹੀਂ, ਬਟ ਇੱਥੇ ਆਪਾਂ ਸਿੱਖਾਂਗੇ ਇੱਕ ਬੜੀ ਖੂਬਸੂਰਤ ਸਟਰਕਚਰ। ਤਾਂ ਆਓ ਆਪਾਂ ਸ਼ੁਰੂ ਕਰੀਏ। ਉਹ ਪ੍ਰਧਾਨ ਮੰਤਰੀ ਨੂੰ ਮਿਲਣ ਦੇ ਲਈ ਦਿੱਲੀ ਗਿਆ ਸੀ। ਆਓ ਆਪਾਂ ਲਿਖੀਏ, ਪਹਿਲਾਂ ਆਪਾਂ ਲਿਖ ਲਾਂਗੇ he had gone to Delhi, past perfect, he had gone to Delhi। ਤਾਂ ਅੱਗੇ ਨੂੰ ਆਪਾਂ ਕਾਫੀ ਤਰੀਕੇ ਨਾਲ ਬਣਾ ਸਕਦੇ ਹਾਂ। ਤੇ ਆਓ ਆਪਾਂ ਦੇਖੀਏ ਇਹੀ ਚੀਜ਼ ਨੂੰ ਜੇ ਆਪਾਂ ਸਪੋਕਨ ਇੰਗਲਿਸ਼ ਦੇ ਵਿੱਚ ਐਕਸਪ੍ਰੈਸ ਕਰਨਾ ਹੋਵੇ ਤਾਂ ਆਪਾਂ ਇੱਕ ਤਾਂ ਸਿੰਪਲੀ ਟੂ ਨਾਲ ਕਹਿ ਸਕਦੇ ਹਾਂ। ਟੂ ਦਾ ਮਤਲਬ ਆਪਾਂ ਨੂੰ ਪਤਾ ਹੀ ਹੈ ਕਿ ਆਹ ਕੰਮ ਕਰਨ ਲਈ ਮੇਰਾ ਟਾਰਗੇਟ ਅੱਗੇ ਹੈ। To meet the Prime Minister, to meet the Prime Minister, he had gone to Delhi to meet the Prime Minister। ਤੁਸੀਂ to ਨਹੀਂ ਲਿਖਣਾ ਤਾਂ ਚਲੋ for ਲਿਖ ਸਕਦੇ ਹੋ, ਪਰ for ਤੋਂ ਬਾਅਦ ਹਮੇਸ਼ਾ verb ਦੀ ਫਸਟ ਫਾਰਮ ਨਾਲ ing ਲੱਗਦੀ ਹੈ। ਤਾਂ ਇਹ ਵੀ ਸਾਨੂੰ ਅਕਸਰ ਪਤਾ ਹੁੰਦਾ ਹੈ for meeting the Prime Minister, for meeting the Prime Minister। ਹੁਣ ਦੇਖੋ ਇੱਥੇ ਇੱਕ ਵਧੀਆ ਜੀ ਸਟਰਕਚਰ। ਉਦੇਸ਼ ਜਾਂ ਇਰਾਦਾ ਦੱਸਣ ਦੇ ਲਈ ਤੁਸੀਂ with a view to ਨਾਮ ਦੀ ਸਟਰਕਚਰ ਯੂਜ਼ ਕਰ ਸਕਦੇ ਹੋ। ਜੀ ਹਾਂ, with a view to। ਪਰ ਇਹਦੀ ਸਪੈਸ਼ਲਿਟੀ ਕੀ ਹੈ, ਖਾਸੀਅਤ ਇਹਦੀ? ਅੱਛਾ, ਖਾਸੀਅਤ ਦੀ ਇੰਗਲਿਸ਼ ਸਪੈਸ਼ਲਿਟੀ ਨਾ ਕਿਆ ਕਰੋ, ਇਹਦਾ ਉਚਾਰਨ ਹੈ ਸਪੈਸ਼ਲਿਟੀ, ਸਪੈਸ਼ਲਿਟੀ ਨਾ ਕਿ ਸਪੈਸ਼ਲਿਟੀ। with a view to ਤੋਂ ਬਾਅਦ ਹਮੇਸ਼ਾ ਅਸੀਂ verb ਦੀ ਫਸਟ ਫਾਰਮ ਨਾਲ ing ਲਿਖਦੇ ਹਾਂ ਸਟੂਡੈਂਟਸ, ing। ਇਹੀ ਖਾਸੀਅਤ ਹੈ। ਤੇ ਤੁਸੀਂ ਇਹ ਸਟਰਕਚਰ ਨੂੰ ਅਕਸਰ ਕੰਪੈਟੀਟਿਵ ਐਗਜ਼ਾਮਸ ਦੇ ਵਿੱਚ ਵੀ ਦੇਖੋਗੇ। ਆਪਾਂ ਕੰਪੀਟੀਟਿਵ ਨਹੀਂ ਕਹਿਣਾ, ਕੀ ਕਹਿਣਾ ਹੈ? ਕੰਪੈਟੀਟਿਵ ਐਗਜ਼ਾਮਸ ਦੇ ਵਿੱਚ। ਅੱਜ ਤੱਕ ਸਾਨੂੰ ਇਹ ਸਿਖਾਇਆ ਜਾਂਦਾ ਹੈ ਜਿੱਥੇ ਟੂ ਆ ਜਾਵੇ ਅਸੀਂ ਹਮੇਸ਼ਾ ਉੱਥੇ ਫਸਟ ਫਾਰਮ ਲਿਖਣੀ ਹੈ। ਠੀਕ ਹੈ, ਬਿਲਕੁਲ ਠੀਕ ਹੈ। ਪਰ ਕੁਝ ਸਟਰਕਚਰਸ ਐਸੀਆਂ ਨੇ ਜਿਵੇਂ ਕਿ ਆਹ ਇੱਕ ਵਾਰ ਇਹ ਦੇਖ ਲਓ, with a view to, ਇੱਥੇ ਅਸੀਂ ਫਸਟ ਫਾਰਮ ਨਹੀਂ ਲਿਖਣੀ, ਹਮੇਸ਼ਾ ਅਸੀਂ verb ਦੀ ਫਸਟ ਫਾਰਮ ਦੇ ਨਾਲ ing ਲਿਖਣੀ ਹੈ ਸਟੂਡੈਂਟਸ, ing। ਤਾਂ ਇਹ ਸੈਂਟੈਂਸ ਕੀ ਬਣ ਗਿਆ? he had gone to Delhi, ਉਹ ਦਿੱਲੀ ਗਿਆ ਸੀ ਪ੍ਰਧਾਨ ਮੰਤਰੀ ਨੂੰ ਮਿਲਣ ਦੇ ਇਰਾਦੇ ਨਾਲ, with a view to meeting the Prime Minister। ਇਹ ਗੱਲ ਦਿਮਾਗ 'ਚ ਬਿਠਾ ਲਓ, bear in mind। ਜ਼ਿੰਦਗੀ 'ਚ
ਬੋਲਣ ਲੱਗਿਆ ਕਦੇ ਵੀ ਵਿਦ ਅ ਵਿਊ ਟੂ ਕਹਿਣਾ ਹੋਵੇ ਆਲਵੇਜ਼ ਉਹਦੇ ਨਾਲ ਤੁਸੀਂ ਆਈਐਨਜੀ ਲਿਖਣੀ ਹੈ। ਅੱਛਾ ਆ ਵਿਦ ਅ ਵਿਊ ਟੂ ਜ਼ਰੂਰੀ ਨਹੀਂ ਸੈਂਟੈਂਸ ਦੇ ਲਾਸਟ ਤੇ ਲਿਖਣਾ ਹੈ, ਤੁਸੀਂ ਇਹਨੂੰ ਸਟਾਰਟਿੰਗ 'ਚ ਵੀ ਲਿਖ ਸਕਦੇ ਸੀ। ਤੁਸੀਂ ਇਹ ਵੀ ਕਹਿ ਸਕਦੇ ਸੀ with a view to meeting the prime minister he had gone to Delhi। so ਕੀ ਕਰਵਾਇਆ ਮੈਨੇ ਬੋਲ ਕੇ ਦਿਖਾਓ with a view to ਤੋਂ ਬਾਅਦ ing, with a view to ਤੋਂ ਬਾਅਦ verb ਦੀ first form plus ing। ਆਓ ਕਰੀਏ ਪ੍ਰੈਕਟਿਸ। ਅਸੀਂ ਛੁੱਟੀਆਂ ਮਨਾਉਣ ਦੇ ਇਰਾਦੇ ਨਾਲ ਸਿੰਗਾਪੁਰ ਗਏ ਸੀ। ਆਓ ਬਣਾਈਏ ਇੰਗਲਿਸ਼। ਅਸੀਂ ਸਿੰਗਾਪੁਰ ਗਏ ਸੀ। we had gone to Singapore। we had gone to Singapore किस चीज ਲਈ to ਨਾਲ ਬਣਾ ਸਕਦੇ ਹੋ, for ਨਾਲ ਬਣਾ ਸਕਦੇ ਹੋ, ਲੇਕਿਨ ਜੇ with a view to ਨਾਲ ਬਣਾਉਣਾ ਹੈ ਤਾਂ ਹਮੇਸ਼ਾ verb ਦੀ first form ਨਾਲ ing with a view to spending। ਛੁੱਟੀਆਂ ਦੀ ਇੰਗਲਿਸ਼ ਇੱਕ ਤਾਂ ਹੁੰਦੀ ਹੈ holidays, ਪਰ ਸਪੋਕਨ ਇੰਗਲਿਸ਼ ਦੇ ਵਿੱਚ ਤੁਸੀਂ ਕਹਿ ਸਕਦੇ ਹੋ halls। ਜੀ ਹਾਂ halls holidays ਦੀ ਹੀ short form है। तो sentence की बन गया we had gone to Singapore with a view to spending halls। next one is ਉਹ ਉਚੇਰੀ ਸਿੱਖਿਆ ਹਾਸਲ ਕਰਨ ਲਈ ਕੈਨੇਡਾ ਜਾਵੇਗਾ future। ਕੋਈ ਗੱਲ ਨਹੀਂ ਆਪਾਂ ਬਣਾ ਦੇਣੀ ਹੈ ਤਾਂ ਆਪਾਂ ਕਹਾਂਗੇ he'll go to Canada। ਉਹ ਕੈਨੇਡਾ ਜਾਵੇਗਾ ਕਿਸ ਚੀਜ਼ ਲਈ, ਕਿਸ ਚੀਜ਼ ਦੇ ਉਦੇਸ਼ ਲਈ, ਕਿਸ ਚੀਜ਼ ਦੇ ਇਰਾਦੇ ਲਈ with a view to getting। ਇੱਥੇ ਆਪਾਂ get ਨਹੀਂ ਕਵਾਂਗੇ, ਕੀ ਕਵਾਂਗੇ ਸਟੂਡੈਂਟਸ getting higher education, with a view to getting higher education, with a view to getting higher education। with a view to ਤੋਂ ਬਾਅਦ first form plus ing। ਖੂਨਦਾਨ ਕਰਨ ਦੇ ਇਰਾਦੇ ਨਾਲ ਉਹ ਹਸਪਤਾਲ ਗਏ ਸੀ। ਆਓ ਬਣਾਈਏ they had gone to। ਜੇ ਕੋਈ ਖਾਸ ਹਸਪਤਾਲ ਦੀ ਗੱਲ ਹੈ ਤਾਂ ਆਪਾਂ ਦ ਲਿਖਦੇ ਨੇ the hospital। ਕਿਸ ਚੀਜ਼ ਲਈ ਖੂਨਦਾਨ ਕਰਨ ਦੇ ਇਰਾਦੇ ਨਾਲ ਤਾਂ ਆਪਾਂ ਲਿਖਾਂਗੇ with a view to। ਹੁਣ ਦਾਨ ਕਰਨ ਦੀ ਇੰਗਲਿਸ਼ ਹੁੰਦੀ ਹੈ donate, ਪਰ ਇੱਥੇ ਅਸੀਂ with a view to ਤੋਂ ਬਾਅਦ ਹਮੇਸ਼ਾ ਅਸੀਂ ing ਨਾਲ ਬਣਾਉਣਾ ਹੈ with a view to donating blood। ਤਾਂ ਇਹ ਬੋਲ ਕੇ ਦਿਖਾਓ ਸੈਂਟੈਂਸ ਕੀ ਬਣ ਗਿਆ they had gone to the hospital with a view to donating blood। the next one is ਮੇਰੀ ਮਦਦ ਕਰਨ ਦੇ ਇਰਾਦੇ ਨਾਲ ਉਹ ਆਸਟ੍ਰੇਲੀਆ ਤੋਂ ਵਾਪਸ ਆਇਆ ਹੈ ਤਾਂ ਆਪਾਂ ਬਣਾਵਾਂਗੇ ਦੀ ਇੰਗਲਿਸ਼ he has ਆਇਆ ਹੈ present perfect, he has come back from Australia। he has come back from Australia ਕਿਸ ਚੀਜ਼ ਦੇ ਉਦੇਸ਼ ਨਾਲ, ਕਿਸ ਚੀਜ਼ ਦੇ ਇਰਾਦੇ ਨਾਲ, ਮੇਰੀ ਮਦਦ ਕਰਨ ਦੇ ਇਰਾਦੇ ਨਾਲ with a view to। ਹੁਣ ਤੁਸੀਂ ਇੱਥੇ ਗਲਤੀ ਲੱਭੋ ਕੀ ਹੈ with a view to help me, ਕੀ ਇਹ ਠੀਕ ਹੈ ਜੀ ਗਲਤ ਹੈ। ਕੀ ਆਏਗਾ ਇੱਥੇ with a view to helping me। ਸੋ ਇੱਕ ਗੱਲ ਤੁਸੀਂ ਯਾਦ ਰੱਖਿਓ ਸਟੂਡੈਂਟਸ ਕੰਪੀਟੀਟਿਵ ਐਗਜ਼ਾਮਸ ਦੇ ਵਿੱਚ ਵੀ ਤੁਹਾਨੂੰ ਬਹੁਤ ਕੰਮ ਆਏਗੀ with a view to ਤੋਂ ਬਾਅਦ ਅਸੀਂ ਹਮੇਸ਼ਾ ing ਦਾ ਇਸਤੇਮਾਲ ਕਰਦੇ ਹਾਂ, ਭੁੱਲਿਓ ਨਾ ਪਲੀਜ਼। Thank you very much।